ਅਗਰ ਅਸੀਂ ਬੜੇ ਧਿਆਨ ਦੇ ਨਾਲ ਵੇਖਦੇ ਹਾਂ ਕਿ ਰਾਜਾ ਉਜੀਆ ਨੇ ਪਰਮੇਸ਼ਵਰ ਤੋਂ ਬਹੁਤ ਹੀ ਆਸ਼ੀਸ਼ ਪਾਈ। ਉਹਦੇ ਨਾਲ ਯਕਰੀਆ ਨਾਮ ਦਾ ਇੱਕ ਆਦਮੀ ਬਹੁਤ ਹੀ ਆਤਮਿਕ ਵਿਅਕਤੀ ਸੀ। 6ਵਾਂ ਵਚਨ, ਆਓ ਪਹਿਲਾਂ ਅਸੀਂ 4ਥੇ ਵਚਨ ਤੋਂ ਪੜਾਂਗੇ। ਜਿਸ ਤਰ੍ਹਾਂ ਉਸ ਦਾ ਪਿਤਾ ਅਮਸਿਆ ਕਰਿਆ ਕਰਦਾ ਸੀ, ਉਸੇ ਤਰ੍ਹਾਂ ਉਸ ਨੇ ਵੀ ਕੀਤਾ ਜੋ ਯਹੋਵਾ ਦੀ ਨਿਗਾਹ ਦੇ ਵਿੱਚ ਠੀਕ ਸੀ। ਇਮਾਨਦਾਰੀ ਨਾਲ ਚੱਲਣ ਵਾਲਾ ਪਿਤਾ ਹੋਣਾ ਬਹੁਤ ਜ਼ਰੂਰੀ ਹੈ। ਇੱਥੇ ਚੰਗੀ ਗੱਲ ਲਿਖੀ ਹੈ ਕਿ ਆਪਣੇ ਪਿਤਾ ਅਮਸਿਆ ਦੇ ਕਾਰਨ, ਯਾਨੀ ਉਹਦਾ ਜਿਹੜਾ ਪਿਤਾ ਸੀ ਅਤੇ ਉਹ ਜੋ ਕੁਝ ਵੀ ਕਰਦਾ ਸੀ, ਅਮਸਿਆ ਉਹ ਜੋ ਕੁਝ ਵੀ ਕਰਦਾ ਸੀ ਉਸੇ ਤਰ੍ਹਾਂ ਇਹ ਕਰਦਾ ਸੀ। ਇਸ ਲਈ ਪਿਤਾਓ, ਤੁਸੀਂ ਅਤੇ ਅਸੀਂ ਜਦੋਂ ਅਸੀਂ ਇਮਾਨਦਾਰੀ ਨਾਲ ਚੱਲਾਂਗੇ, ਪਵਿੱਤਰਤਾ 'ਚ ਚੱਲੋਗੇ, ਅਗਰ ਅਸੀਂ ਆਤਮਿਕਤਾ 'ਚ ਚੱਲਾਂਗੇ ਤਾਂ ਸਾਡੇ ਬੱਚਿਆਂ ਲਈ ਆਸ਼ੀਸ਼ ਹੋਵੇਗੀ। ਬਾਈਬਲ 'ਚ ਬਹੁਤ ਸਾਰੀ ਜਗ੍ਹਾ ਇਹਨਾਂ ਲੋਕਾਂ ਬਾਰੇ ਲਿਖਿਆ ਹੈ। ਯੋਆਬ ਗਲਤ ਚੱਲਦਾ ਸੀ ਅਤੇ ਉਸ ਦਾ ਬੇਟਾ ਵੀ ਗਲਤ ਚੱਲਦਾ ਸੀ, ਆਪਣੇ ਪਿਤਾ ਤੋਂ ਜ਼ਿਆਦਾ ਜਾਂ ਫਿਰ ਉਹਨਾਂ ਵਰਗਾ ਬੁਰਾਈ ਦੇ ਵਿੱਚ ਉਹ ਚੱਲਦਾ ਰਿਹਾ। ਇਸ ਤਰ੍ਹਾਂ ਲਿਖਿਆ ਹੈ, ਜੇ ਤੁਸੀਂ ਬੁਰਾ ਵਿਵਹਾਰ ਕਰੋਗੇ ਤਾਂ ਤੁਹਾਡੇ ਬੱਚੇ ਵੀ ਬੁਰਾ ਵਿਵਹਾਰ ਕਰਨਗੇ। ਭੈਣ, ਜੇ ਤੁਸੀਂ ਲੜਨ ਵਾਲੇ ਹੋ ਤਾਂ ਤੁਹਾਡੀ ਬੇਟੀ ਹੋਰ ਵੀ ਜ਼ਿਆਦਾ ਲੜਨ ਵਾਲੀ ਹੋਵੇਗੀ। ਪਤਨੀ ਨੂੰ ਮਾਰਨ ਵਾਲਾ ਪਤੀ, ਪਤਨੀ ਨੂੰ ਅਣਦੇਖਾ ਕਰਨ ਵਾਲਾ ਪਤੀ, ਜੇ ਤੁਸੀਂ ਬੱਚਿਆਂ ਨੂੰ ਅਣਦੇਖਾ ਕਰ ਰਹੇ ਹੋ ਤਾਂ ਕੱਲ ਦੇ ਦਿਨ ਤੁਹਾਡੇ ਬੱਚੇ ਵੀ ਇਸੇ ਤਰ੍ਹਾਂ ਕਰਨਗੇ। ਕਿਰਪਾ ਕਰਕੇ ਮਾਤਾ ਪਿਤਾ ਨਮੂਨਾ ਬਣੋ, ਇੱਕ ਮਾਡਲ ਦੀ ਤਰ੍ਹਾਂ ਬਣੋ, ਇੱਕ ਸਿੱਖਿਆ ਦੀ ਤਰ੍ਹਾਂ ਬਣੋ। ਕਿਉਂ? ਕਿਉਂਕਿ ਤੁਹਾਡਾ ਚਾਲ ਚੱਲਣ ਹੀ ਤੁਹਾਡੇ ਬੱਚਿਆਂ ਦਾ ਚੰਗਾ ਭਵਿੱਖ ਬਣਾਵੇਗਾ। ਮੇਰੇ ਪ੍ਰਭੂ, ਉਹ ਇਮਾਨਦਾਰੀ ਨਾਲ ਚੱਲਿਆ ਜਿਸ ਕਾਰਨ ਉਸ ਦਾ ਬੇਟਾ ਪ੍ਰਭਾਵਿਤ ਹੋਇਆ। ਇਸੇ ਲਈ ਉਜੀਆ ਵੀ ਇਮਾਨਦਾਰੀ ਦੇ ਨਾਲ ਚੱਲਿਆ। ਸੁਲੇਮਾਨ ਨੇ ਜਦੋਂ ਪ੍ਰਾਰਥਨਾ ਕੀਤੀ ਤਾਂ ਉਸਨੇ ਇਸ ਤਰ੍ਹਾਂ ਕਿਹਾ, ਪਿਤਾ, ਦਾਊਦ ਨੇ ਤਾਂ ਬਹੁਤ ਵੱਡੀ ਪ੍ਰਜਾ ਤੇ ਰਾਜ ਕੀਤਾ ਸੀ ਅਤੇ ਹੁਣ ਉਸ ਜਗ੍ਹਾ ਤੇ ਮੈਨੂੰ ਰੱਖਿਆ ਹੈ। ਇਹ ਕਿੱਥੋਂ ਦਾ ਗਿਆਨ ਹੈ? ਕਿਹਦੇ ਨਾਲ ਤੁਲਨਾ ਕਰ ਰਿਹਾ? ਆਪਣੇ ਪਿਤਾ ਦੇ ਨਾਲ ਕਰ ਰਿਹਾ। ਕਿਉਂ? ਕਿਉਂਕਿ ਬਾਈਬਲ ਦੱਸਦੀ ਹੈ ਕਿ ਦਾਊਦ ਆਪਣੇ ਪਰਮੇਸ਼ਵਰ ਦੀ ਇੱਛਾ ਅਨੁਸਾਰ ਚੰਗੀ ਤਰ੍ਹਾਂ, ਪੂਰੀ ਤਰ੍ਹਾਂ ਉਹ ਰਾਜ ਕਰਦਾ ਰਿਹਾ। ਇੱਕ ਹਾਈ ਸਟੈਂਡਰਡ ਨੂੰ ਉਸਨੇ ਉਸ ਜਗ੍ਹਾ ਤੇ ਪ੍ਰਗਟ ਕੀਤਾ ਅਤੇ ਉਸੇ ਨਕਸ਼ੇ ਕਦਮ ਤੇ ਚੱਲਦੇ ਹੋਏ ਸੁਲੇਮਾਨ ਕੋਸ਼ਿਸ਼ ਕਰਦਾ ਰਿਹਾ। ਰਾਈਟ ਫਰੈਂਡਸ, ਪਿਤਾ ਆਤਮਿਕ ਹੈ, ਇਸੇ ਤਰ੍ਹਾਂ ਪਿਤਾ ਦੇ ਵਾਂਗੂ ਉਜੀਆ ਵੀ ਕਰਦਾ ਰਿਹਾ। ਫਿਰ ਕੀ ਹੋਇਆ? ਵੇਖੋ, ਪਰਮੇਸ਼ਵਰ ਦਾ ਦਰਸ਼ਨ। ਯਕਰੀਆ ਦੇ ਦਿਨਾਂ ਦੇ ਵਿੱਚ ਜਿਹੜਾ ਪਰਮੇਸ਼ਵਰ ਦੇ ਦਰਸ਼ਨ ਦੇ ਬਾਰੇ ਜਾਣਕਾਰੀ ਰੱਖਦਾ ਸੀ, ਉਸਨੇ ਪ੍ਰਭੂ ਪਰਮੇਸ਼ਵਰ ਨੂੰ ਭਾਲਿਆ। ਜਦੋਂ ਤੱਕ ਉਹ ਪਰਮੇਸ਼ਵਰ ਨੂੰ ਲੱਭਦਾ ਰਿਹਾ, ਤਦ ਤੱਕ ਪਰਮੇਸ਼ਵਰ ਉਸ ਨੂੰ ਭਰਪੂਰਨ ਕਰਦਾ ਗਿਆ। ਇੱਕ ਹੋਰ ਅਦਭੁਤ ਗੱਲ ਹੈ, ਜਦੋਂ ਤੱਕ ਉਸਨੇ ਪਰਮੇਸ਼ਵਰ ਯਹੋਵਾ ਦਾ ਸਹਾਰਾ ਲਿਆ, ਉਦੋਂ ਤੱਕ ਪਰਮੇਸ਼ਵਰ ਯਹੋਵਾ ਦੇ ਨੇੜੇ ਰਹਿੰਦੇ ਹੋਏ, ਯਾਨੀ ਜਦੋਂ ਪਰਮੇਸ਼ਵਰ ਅਤੇ ਉਹਦੇ ਵਿਚਕਾਰ ਪਾਪ ਨਹੀਂ ਆਇਆ, ਘਮੰਡ ਨਹੀਂ ਆਇਆ, ਉਦੋਂ ਤੱਕ ਅਤੇ ਲੋਕਾਂ ਸਾਹਮਣੇ ਉਹ ਬਹੁਤ ਚੰਗਾ ਰਿਹਾ। ਇਹਦੇ ਪਿੱਛੇ ਇੱਕ ਕਾਰਨ ਪਤਾ ਹੈ? ਉਜੀਆ ਦੇ ਸਥਿਰ ਹੋਣ ਦਾ ਤੁਹਾਨੂੰ ਕਾਰਨ ਪਤਾ ਹੈ? ਉਸਨੇ ਪਰਮੇਸ਼ਵਰ ਦਾ ਸਹਾਰਾ ਲਿਆ। ਮੁਸ਼ਕਿਲਾਂ ਵੀ ਆਈਆਂ, ਸਮੱਸਿਆਵਾਂ ਆਈਆਂ, ਦੁਸ਼ਮਣ ਵੀ ਆਏ। ਦੁਸ਼ਮਣ ਆਉਣ ਵਾਲਾ ਹੈ, ਇਹ ਸਮਾਚਾਰ ਆਉਣ ਤੇ ਵੀ, ਵਿਪਤਾ ਆਉਣ ਵਾਲੀ ਹੈ, ਇਹ ਖਬਰ ਸੁਣਨ ਤੇ ਵੀ ਆਪਣੀ ਸਮਝ ਸ਼ਕਤੀ ਦਾ ਸਹਾਰਾ ਨਾ ਲੈਂਦੇ ਹੋਏ ਉਸਨੇ ਪਰਮੇਸ਼ਵਰ ਦਾ ਸਹਾਰਾ ਲਿਆ। ਭੈਣੋ ਤੇ ਭਰਾਓ, ਮੇਰਾ ਇੱਕ ਸਵਾਲ ਹੈ, ਤੁਹਾਡੀ ਇਹ ਆਤਮਿਕ ਯਾਤਰਾ ਵਿੱਚ ਹਰ ਇੱਕ ਦਿਨ ਕੋਈ ਨਾ ਕੋਈ ਪਰਿਸਥਿਤੀਆਂ ਵਿਗੜਦੀਆਂ ਰਹਿੰਦੀਆਂ ਹੈ। ਕੋਈ ਨਾ ਕੋਈ ਟੈਨਸ਼ਨ, ਕੋਈ ਨਾ ਕੋਈ ਪਰੇਸ਼ਾਨੀ, ਕੋਈ ਨਾ ਕੋਈ ਡਰ, ਕੋਈ ਨਾ ਕੋਈ ਖਤਰਾ, ਕੋਈ ਨਾ ਕੋਈ ਬੁਰਾ ਸਮਾਚਾਰ। ਸਾਡੇ ਜੀਵਨ 'ਚ ਜੋ ਕੁਝ ਵੀ ਸਾਨੂੰ ਸੁਣਨ ਨੂੰ ਮਿਲਦਾ ਹੈ ਅਤੇ ਸਾਨੂੰ ਉਸ ਦਾ ਸਾਹਮਣਾ ਕਰਨਾ ਪੈਂਦਾ ਹੈ। ਐਸੀਆਂ ਪਰਿਸਥਿਤੀਆਂ ਦੇ ਵਿੱਚ ਕੀ ਕਰਨਾ ਚਾਹੀਦਾ ਹੈ? ਕਿ ਤੁਸੀਂ ਦੋਸਤਾਂ ਦੀ ਸਹਾਇਤਾ ਲਵੋਗੇ ਜਾਂ ਫਿਰ ਭਰਾਵਾਂ ਦੀ ਸਹਾਇਤਾ ਲਵੋਗੇ ਜਾਂ ਫਿਰ ਕਿਸੇ ਹੋਰ ਦੀ ਸਹਾਇਤਾ ਲਵੋਗੇ? ਤੁਸੀਂ ਕਿਹਦਾ ਸਹਾਰਾ ਲਵੋਗੇ? ਤੁਸੀਂ ਕਿਹਦੀ ਮਦਦ ਲਵੋਗੇ ਅਤੇ ਕਿਹਦੀ ਮਦਦ ਲਈ ਇੱਧਰ ਉੱਧਰ ਤੁਸੀਂ ਭੱਜੋਗੇ? ਤੁਸੀਂ ਕਿਹਦੀ ਉਪਸਥਿਤੀ ਨੂੰ ਲੱਭੋਗੇ? ਜਰਾ ਸੋਚ ਕੇ ਵੇਖੋ। ਉਜੀਆ ਦੀ ਅੱਛਾਈ ਤਾਂ ਇਹ ਹੈ, ਕੋਈ ਵੀ ਮੁਸ਼ਕਿਲ ਆਉਣ ਤੇ ਉਹ ਤਾਂ ਸਿੱਧਾ ਪਰਮੇਸ਼ਵਰ ਦੇ ਕੋਲ ਉਹਦੀ ਹਜ਼ੂਰੀ 'ਚ ਜਾਂਦਾ ਸੀ। ਇਹ ਬਾਈਬਲ 'ਚ ਲਿਖਿਆ ਹੈ। ਉਜੀਆ ਨੇ ਜਦੋਂ ਤੱਕ ਪਰਮੇਸ਼ਵਰ ਦੀ ਸ਼ਰਨ ਲਈ, ਮੇਰੀ ਹਰ ਸਮੱਸਿਆ ਦਾ ਸਮਾਧਾਨ ਕੇਵਲ ਪਰਮੇਸ਼ਵਰ ਹੈ, ਇਸ ਤਰ੍ਹਾਂ ਕਹਿ ਕੇ ਆਪਣੇ ਮਰਨ ਦੇ ਸਮੇਂ ਤੱਕ ਉਜੀਆ ਵੱਧਦਾ ਗਿਆ। ਮੇਰੇ ਪਿਆਰੇ ਭੈਣੋ ਅਤੇ ਭਰਾਓ, ਪਰਮੇਸ਼ਵਰ ਦਾ ਸਹਾਰਾ ਲੈਣ ਦੀ ਬਜਾਏ ਇਨਸਾਨ ਦਾ ਸਹਾਰਾ ਲੈਂਦੇ ਹੋ। ਆਪਣੀ ਅਕਲ ਅਤੇ ਸਮਝ ਦਾ ਸਹਾਰਾ ਅਸੀਂ ਲੈਂਦੇ ਹਾਂ। ਅਸੀਂ ਆਪਣੀ ਅਕਲ ਤੇ ਸ਼ਕਤੀ ਦਾ ਸਹਾਰਾ ਲੈਂਦੇ ਹਾਂ, ਇਸ ਲਈ ਜਿੱਤ ਨਹੀਂ ਪਾਉਂਦੇ। ਇਨਸਾਨਾਂ ਤੇ ਆਸ ਰੱਖਦੇ ਹਾਂ, ਰਾਜਿਆਂ ਤੇ ਆਸ ਰੱਖਦੇ ਹਾਂ। ਸਾਨੂੰ ਪਰਮੇਸ਼ਵਰ ਤੇ ਆਸ ਰੱਖਣੀ ਚਾਹੀਦੀ, ਹੋਰ ਕਿਸੇ ਉੱਤੇ ਨਹੀਂ।
ਕਿ ਸੱਚਮੁੱਚ ਅਸੀਂ ਪਰਮੇਸ਼ਵਰ ਦਾ ਸਹਾਰਾ ਲੈ ਰਹੇ ਹਾਂ? ਜਦੋਂ ਵੀ ਕੋਈ ਮੁਸ਼ਕਿਲ ਆਉਂਦੀ ਹੈ ਕਿ ਅਸੀਂ ਆਪਣੀ ਅੱਖਾਂ ਬੰਦ ਕਰਕੇ ਕਹਿੰਦੇ ਹਾਂ, ਪ੍ਰਭੂ ਜੀ ਤੁਸੀਂ ਮੇਰੇ ਸਹਾਰਾ ਹੋ, ਤੁਸੀਂ ਮੇਰੇ ਗੜ੍ਹ ਹੋ, ਤੁਸੀਂ ਮੇਰੇ ਸਹਾਇਕ ਹੋ, ਤੁਸੀਂ ਹੀ ਮੇਰਾ ਸਹਾਰਾ ਹੋ, ਤੁਸੀਂ ਹੀ ਮੇਰਾ ਦ੍ਰਿੜ ਗੜ੍ਹ ਹੋ। ਪ੍ਰਭੂ ਤੁਹਾਡੇ ਬਿਨਾ ਕੋਈ ਨਹੀਂ, ਤੁਸੀਂ ਮੇਰਾ ਮਜ਼ਬੂਤ ਗੜ੍ਹ ਹੋ। ਜੇ ਤੁਸੀਂ ਪਰਮੇਸ਼ਵਰ ਦੀ ਮਦਦ ਲਓ, ਇਹ ਕਿੰਨੀ ਚੰਗੀ ਗੱਲ ਹੈ। ਮੈਂ ਯਾਦ ਕਰਵਾਉਂਦਾ ਹਾਂ, ਜੇ ਪਰਮੇਸ਼ਵਰ ਦਾ ਸਹਾਰਾ ਲਓਗੇ ਤਾਂ ਸਫਲ ਹੋਵੋਗੇ, ਜੇ ਪਰਮੇਸ਼ਵਰ ਨੂੰ ਛੱਡ ਦੋਗੇ ਤਾਂ ਉਸੇ ਸਮੇਂ ਨਾਸ਼ ਹੋਵੋਗੇ। ਜ਼ਕਰੀਆ ਐਸਾ ਵਿਅਕਤੀ ਸੀ ਜੋ ਅਦਭੁਤ ਅਤੇ ਆਤਮਿਕ ਰੀਤੀ ਨਾਲ ਚੱਲਦਾ ਸੀ। ਉਸ ਦਾ ਪਿਤਾ ਨਹੀਂ ਸੀ, ਘੱਟ ਉਮਰ 'ਚ ਉਹ ਮਰ ਗਿਆ। ਜ਼ਕਰੀਆ ਨੇ ਉਸ ਨੂੰ ਆਪਣਾ ਸਹਾਰਾ ਬਣਾਇਆ ਅਤੇ ਉਹ ਅੱਗੇ ਵਧਿਆ। ਮੇਰੇ ਭੈਣੋ ਅਤੇ ਮੇਰੇ ਭਰਾਓ, ਬਹੁਤ ਚੰਗਾ ਆਤਮਿਕ ਪਿਤਾ ਹੋਣਾ ਇਹ ਤਾਂ ਇੱਕ ਆਸ਼ੀਰਵਾਦ ਹੈ। ਸਾਨੂੰ ਸਾਡੀ ਆਤਮਿਕਤਾ ਦੇ ਵਿੱਚ ਵਧਾਉਣ ਦੇ ਲਈ ਕਲੀਸਿਆ ਜਾਂ ਫਿਰ ਇੱਕ ਸੇਵਕ ਜਾਂ ਕਲੀਸਿਆ ਦਾ ਚਰਵਾਹਾ ਹੋਵੇ, ਇਹ ਸੱਚਮੁੱਚ ਆਸ਼ੀਰਵਾਦ ਹੈ। ਅੱਜ ਤੁਸੀਂ ਕਿਹੜੇ ਸਟੇਟ 'ਚੋਂ ਮੇਰਾ ਵਚਨ ਸੁਣ ਰਹੇ ਪਤਾ ਨਹੀਂ, ਕਿਹੜੀ ਸੰਗਤੀ 'ਚ ਜਾਂਦੇ ਹੋ ਪਤਾ ਨਹੀਂ। ਜਰਾ ਸੋਚ ਕੇ ਵੇਖੋ, ਤਕਲੀਫ ਆਉਣ ਤੇ, ਕਸ਼ਟ ਆਉਣ ਤੇ, ਦੁੱਖਾਂ ਅਤੇ ਤਕਲੀਫਾਂ ਆਉਣ ਤੇ ਸਿੱਧੇ ਤੌਰ ਤੇ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚਲਾਉਣ ਵਾਲਾ, ਬਿਨਾਂ ਕਿਸੇ ਸਵਾਰਥ ਤੋਂ, ਜੇ ਐਸਾ ਚਰਵਾਹਾ ਹੈ ਤਾਂ ਆਸ਼ੀਸ਼ ਹੈ। ਜੇ ਵਚਨ ਅਨੁਸਾਰ ਤੁਹਾਡਾ ਚਰਵਾਹਾ ਤੁਹਾਨੂੰ ਚਲਾਉਂਦਾ ਹੈ ਤਾਂ ਇਹ ਤੁਹਾਡੇ ਲਈ ਆਸ਼ੀਸ਼ ਹੈ। ਜ਼ਕਰੀਆ ਐਸਾ ਹੀ ਸੀ। ਜਦ ਤੱਕ ਉਹ ਜਿਉਂਦਾ ਸੀ ਉਹ ਸਹੀ ਤਰੀਕੇ ਨਾਲ ਚੱਲਦਾ ਰਿਹਾ, ਬੜਾ ਵਧੀਆ ਚੱਲਦਾ ਰਿਹਾ। ਉਸ ਤੋਂ ਬਾਅਦ 7ਵੇਂ ਵਚਨ ਤੋਂ ਅੱਗੇ ਪਰਮੇਸ਼ਵਰ ਨੇ ਉਸ ਦੀ ਸਹਾਇਤਾ ਕੀਤੀ। ਅਮੋਨੀ ਉਸ ਨੂੰ ਭੇਂਟ ਦੇਣ ਲੱਗੇ। ਇੱਥੇ ਲਿਖਿਆ ਹੈ ਉਹਦੀ ਚਰਚਾ ਮਿਸਰ ਦੇ ਕੋਨੇ-ਕੋਨੇ ਤੱਕ ਪਹੁੰਚ ਗਈ, ਕਿਉਂਕਿ ਉਹ ਬਹੁਤ ਹੀ ਜ਼ਿਆਦਾ ਤਗੜਾ ਹੋ ਗਿਆ। ਉਸ ਤੋਂ ਬਾਅਦ ਉਹਦੇ ਕੋਲ ਜੋ ਕੁਝ ਸੀ ਉਹ ਸਭ ਲਿਖਿਆ ਹੈ, ਚਾਹੋ ਤਾਂ ਤੁਸੀਂ ਇਸ ਨੂੰ ਪੜ੍ਹ ਸਕਦੇ ਹੋ। 11ਵਾਂ ਵਚਨ, ਫਿਰ ਉਜੀਆ ਦੇ ਕੋਲ ਯੋਧਿਆਂ ਦੀ ਇੱਕ ਸੈਨਾ ਸੀ, ਜਿਹਦੀ ਗਿਣਤੀ ਯਹੀਏਲ ਲਿਖਾਰੀ, ਮੁੰਸ਼ੀ ਅਤੇ ਸਰਦਾਰ ਹਨਨਿਆ ਨਾਮਕ ਹਾਕਮ ਦੀ ਆਗਿਆ ਨਾਲ ਕਰਦੇ ਸੀ, ਯਾਨੀ ਖਜ਼ਾਨੇ ਵਾਲਾ, ਪ੍ਰਧਾਨ ਮੰਤਰੀ ਅਤੇ ਇਹ ਸਭ ਲੋਕ। 12ਵਾਂ ਵਚਨ, ਪਿਤਰਾਂ ਦੇ ਘਰਾਣਿਆਂ ਵਿੱਚੋਂ ਜਿਹੜੇ ਖਾਸ ਸ਼ੂਰਵੀਰ ਯੋਧੇ ਸੀ, ਜਿਹੜੇ ਸ਼ੂਰਵੀਰ ਸੀ ਉਹਨਾਂ ਦੀ ਗਿਣਤੀ 2600 ਸੀ। ਰਾਜੇ ਦੀ ਸਹਾਇਤਾ ਕਰਨ ਵਾਲੇ ਅਤੇ ਦੁਸ਼ਮਣ ਦੇ ਨਾਲ ਲੜਨ ਵਾਲੇ ਉਹਨਾਂ ਦੇ ਜਿਹੜੇ ਤਾਬੇਦਾਰ ਸਨ, 3,7,500 ਦੀ ਇੱਕ ਵੱਡੀ ਸੈਨਾ ਸੀ। ਉਹ ਸਾਰੇ ਉਹਦੀ ਸਹਾਇਤਾ ਲਈ ਸੀ। ਇਸ ਲਈ ਧਿਆਨ ਨਾਲ ਸੁਣੋ, ਉਸਨੇ ਕੇਵਲ ਧਨ ਦੌਲਤ ਹੀ ਨਹੀਂ ਕਮਾਇਆ, ਉਸਨੇ ਆਪਣਾ ਨਾਮ ਅਤੇ ਸ਼ੋਹਰਤ ਵੀ ਕਮਾਈ। ਉਸਨੇ ਕੇਵਲ ਇੱਕ ਵੱਡੀ ਸੈਨਾ ਹੀ ਨਹੀਂ ਬਣਾਈ, ਕੇਵਲ ਉਸਦੇ ਕੋਲ ਤਾਂ, ਯਾਨੀ ਇੱਕ ਸੈਨਾ 'ਚ ਜੋ ਕੁਝ ਵੀ ਉਹਦੇ ਕੋਲ ਹੋਣਾ ਚਾਹੀਦਾ ਸੀ, ਉਹਨੇ ਹਥਿਆਰ ਵੀ ਸੀ। ਉਹਨੇ ਬੜੇ ਹਥਿਆਰ ਵੀ ਹਾਸਲ ਕੀਤੇ। 14ਵੇਂ ਵਚਨ 'ਚ ਲਿਖਿਆ ਹੈ ਕਿ ਉਜੀਆ ਦੀ ਸੈਨਾ ਦੇ ਕੋਲ ਬਹੁਤ ਹੀ ਢਾਲਾਂ ਅਤੇ ਬਰਸ਼ੇ, ਟੋਪ, ਚਿਲਮ ਅਤੇ ਧਨੁਸ਼ ਅਤੇ ਗੋਫਨ ਦੇ ਪੱਥਰ ਤਿਆਰ ਕੀਤੇ। ਇਹ ਸਭ ਕੁਝ ਉਹਨਾਂ ਦੇ ਕੋਲ ਸੀ ਅਤੇ ਯੁੱਧ ਵਿੱਚ ਜਿੰਨੇ ਵੀ ਹਥਿਆਰ ਵਰਤੇ ਜਾਂਦੇ ਸੀ, ਉਹ ਸਾਰੇ ਹੀ ਹਥਿਆਰ ਉਹਨਾਂ ਨੇ ਬਣਾਏ। ਉਸ ਨੇ ਯਰੂਸ਼ਲਮ ਦੇ ਵਿੱਚ ਕਸਬੀ ਲੋਕਾਂ ਦੇ ਦੁਆਰਾ ਬਣਾਈਆਂ ਹੋਈਆਂ ਕਲਾ ਵੀ ਲਗਵਾਈਆਂ। ਉਹਦੀ ਚਰਚਾ ਦੂਰ-ਦੂਰ ਤੱਕ ਫੈਲ ਗਈ। ਉਹਨੂੰ ਇੱਥੋਂ ਤੱਕ ਸਹਾਇਤਾ ਮਿਲੀ ਕਿ ਉਹ ਦੂਰ-ਦੂਰ ਤੱਕ ਉਹ ਫੈਲ ਗਿਆ। ਇਹਦਾ ਮਤਲਬ ਤੁਸੀਂ ਸਮਝ ਰਹੇ ਹੋ। ਇੱਕ ਹੋਰ ਗੱਲ ਸਾਹਮਣੇ ਆਈ, ਉਹਦੇ ਮਜ਼ਬੂਤ ਹੋਣ ਤੱਕ, ਉਜੀਆ ਦੇ ਸਥਿਰ ਹੋਣ ਤੱਕ ਉਹਦਾ ਨਾਮ ਅਤੇ ਉਹਦੀ ਚਰਚਾ ਫੈਲਦੀ ਚਲੀ ਗਈ। ਉਹਦੇ ਸਥਿਰ ਹੋਣ ਦਾ ਕਾਰਨ ਕੀ ਹੈ? ਯਹੋਵਾ। ਉਹਦੇ ਫੈਲਣ ਦਾ ਕਾਰਨ ਕੀ ਹੈ? ਪਰਮੇਸ਼ਵਰ। ਉਹਦੇ ਸਥਿਰ ਹੋਣ ਤੋਂ ਬਾਅਦ ਕੀ ਹੋਇਆ? 16ਵਾਂ ਵਚਨ, ਪਰੰਤੂ, ਹਮੇਸ਼ਾ ਇਹ ਗੱਲ ਯਾਦ ਰੱਖੋ, ਪਰੰਤੂ ਦੇਖੋ ਇਸ ਤਰ੍ਹਾਂ ਦਾ ਇਹ ਸ਼ਬਦ ਹੈ, ਕਹਿੰਦਾ ਪਰੰਤੂ ਜਦ ਉਹ ਤਗੜਾ ਹੋ ਗਿਆ, ਉਹਦੇ ਸਥਿਰ ਹੋਣ ਤੋਂ ਬਾਅਦ, ਜਦੋਂ ਉਹਦਾ ਮਨ ਘਮੰਡ ਦੇ ਨਾਲ ਭਰ ਗਿਆ, ਕੀ ਲਿਖਿਆ ਹੈ? ਬਰਬਾਦ ਹੋ ਗਿਆ। ਇਹ ਭਿਆਨਕ ਹੈ ਨਾ। ਜਦ ਉਹ ਤਗੜਾ ਹੋ ਗਿਆ, ਘਮੰਡ ਆ ਗਿਆ। ਸਥਿਰ ਹੋਣ ਤੋਂ ਬਾਅਦ ਹੁਣ ਮੈਨੂੰ ਕੀ ਅਤੇ ਕਾਹਦੀ ਕਮੀ, ਕਾਹਦਾ ਘਾਟਾ ਹੈ ਕਿ ਮੈਂ ਉਹਦੇ ਤੋਂ ਘੱਟ ਹਾਂ? ਮੇਰੇ ਸਾਹਮਣੇ ਕੌਣ ਖੜਾ ਰਹੇਗਾ? ਮੇਰੇ ਵਰਗਾ ਕੌਣ ਹੈ? ਕੌਣ ਮੇਰੀ ਬਰਾਬਰੀ ਕਰੇਗਾ? ਮੇਰੇ ਕੋਲ ਜੋ ਧਨ ਦੌਲਤ ਹੈ, ਮੇਰੇ ਕੋਲ ਜਿਹੜੀ ਸੈਨਾ ਹੈ, ਮੇਰੇ ਵਰਗੀ ਪਰਜਾ, ਇਹ ਕਿਸੇ ਹੋਰ ਕੋਲ ਹੈ? ਘਮੰਡ ਨਾਸ਼ ਹੋਣ ਤੋਂ ਪਹਿਲਾਂ ਘਮੰਡ ਆਉਂਦਾ ਹੈ, ਆ ਗਿਆ ਹੈ। ਇਹ ਘਮੰਡ ਕਦੋਂ ਆਉਂਦਾ ਪਤਾ ਹੈ? ਤਗੜੇ ਹੋਣ ਤੋਂ ਬਾਅਦ। ਮੈਂ ਦੱਸਦਾ ਹਾਂ,
ਉਸੇ ਰਾਤ ਨੂੰ ਯਹੋਵਾ ਨੇ ਦਰਸ਼ਨ ਦਿੱਤਾ। ਉਸੇ ਰਾਤ ਨੂੰ ਉਸ ਵਿਸ਼ੇ ਦੇ ਬਾਰੇ ਦੱਸਦੇ ਹੋਏ ਉਸ ਪਾਸੇ ਆਏ। ਇਸ ਤਰ੍ਹਾਂ ਕਿਉਂ? ਯਾਨੀ ਸਥਿਰ ਹੋਣ ਤੋਂ ਬਾਅਦ, ਸੁਲੇਮਾਨ ਦੇ ਸਥਿਰ ਹੋਣ ਤੋਂ ਬਾਅਦ ਉਸਨੇ ਘਮੰਡ ਆਉਣ ਨਹੀਂ ਦਿੱਤਾ। ਉਸਨੇ ਘਮੰਡ ਨੂੰ ਮੌਕਾ ਨਹੀਂ ਦਿੱਤਾ। ਉਹ ਘਮੰਡੀ ਹੋ ਕੇ ਨਹੀਂ ਬੋਲ ਰਿਹਾ ਸੀ। ਉਸਨੇ ਕੀ ਕੀਤਾ ਪਤਾ ਹੈ? ਸਥਾਪਿਤ ਹੋਣ ਤੋਂ ਬਾਅਦ ਉਹਦੇ ਦੇਸ਼ ਦੇ ਵਿੱਚ ਜਿੰਨੇ ਵੀ ਮੰਤਰੀ ਪਾਏ ਜਾਂਦੇ ਸੀ, ਜਾਂ ਪ੍ਰਧਾਨ ਮੰਤਰੀ ਜਾਂ ਫਿਰ ਨਿਆਇਧੀਸ਼, ਅਤੇ ਜਿੰਨੇ ਵੀ ਬਜ਼ੁਰਗ ਲੋਕ ਹੁੰਦੇ ਸੀ, ਉਹਨਾਂ ਸਾਰਿਆਂ ਨੂੰ ਉਸਨੇ ਬੁਲਾਇਆ। ਸਾਨੂੰ ਕਿਉਂ ਬੁਲਾਇਆ? ਬਸ ਇਸ ਲਈ ਕਿ ਅਸੀਂ ਸਭ ਮਿਲ ਕੇ ਪ੍ਰਭੂ ਦੀ ਹਜ਼ੂਰੀ ਵਿੱਚ ਜਾਏ। ਕਿਉਂ? ਉਹਦੀ ਉਪਸਥਿਤੀ ਜ਼ਰੂਰੀ ਹੈ। ਜੇ ਸਾਡਾ ਦੇਸ਼ ਅੱਜ ਤਗੜਾ ਹੋਇਆ ਹੈ ਤਾਂ ਪ੍ਰਭੂ ਦੇ ਕਾਰਨ ਹੈ। ਹੁਣ ਅਸੀਂ ਬੜੀ ਸ਼ਾਂਤੀ ਦੇ ਨਾਲ ਰਹਿ ਰਹੇ ਹਾਂ, ਕੋਈ ਲੜਾਈ ਨਹੀਂ ਹੋ ਰਹੀ ਦੁਸ਼ਮਣ ਦੇ ਡਰ ਤੋਂ ਬਿਨਾਂ। ਜੇਕਰ ਅਸੀਂ ਸ਼ਾਂਤੀ ਨਾਲ ਰਹਿ ਰਹੇ ਹਾਂ, ਇਹ ਪਰਮੇਸ਼ਵਰ ਨੇ ਹੀ ਕੀਤਾ ਹੈ। ਆਓ ਅਸੀਂ ਮਿਲ ਕੇ ਪਰਮੇਸ਼ਵਰ ਦੀ ਹਜ਼ੂਰੀ 'ਚ ਜਾਵਾਂਗੇ। ਇਹ ਅਦਭੁਤ ਗੱਲ ਹੈ। ਉਜਿਆ ਦੇ ਤਗੜੇ ਹੋਣ ਤੋਂ ਬਾਅਦ ਉਸਨੇ ਘਮੰਡ ਕੀਤਾ। ਆਪਣੇ ਅੰਦਰ ਘਮੰਡ ਲਿਆ ਕੇ ਉਹ ਵਿਗੜ ਗਿਆ ਸੀ, ਉਹ ਬਰਬਾਦ ਹੋ ਗਿਆ। ਐਸਾ ਸਾਡੇ ਵਿਚਕਾਰ ਕੋਈ ਹੈ? ਕਾਰੋਬਾਰ ਵਧਣ ਤੇ ਘਮੰਡ ਆ ਗਿਆ। ਧਿਆਨ ਰੱਖੋ, ਚੌਕਸ ਹੋ ਜਾਓ। ਘਰ ਬਣਾ ਕੇ ਘਮੰਡ ਕਰਨ ਵਾਲੇ ਧਿਆਨ ਨਾਲ ਸੁਣੋ। ਧਨ ਦੌਲਤ ਆਉਣ ਤੇ ਜਾਂ ਫਿਰ ਅਹੁਦਾ ਮਿਲਣ ਤੇ ਇਸ ਤਰ੍ਹਾਂ ਦਾ ਘਮੰਡ ਕਰਨ ਵਾਲਾ ਸਾਡੇ ਵਿਚਕਾਰ ਹੈ। ਕੁਝ ਲੋਕ ਉੱਚਾਈ ਨੂੰ ਵੇਖ ਕੇ ਘਮੰਡ ਕਰਦੇ ਹੈ ਕਿ ਮੇਰਾ ਉੱਚਾ ਕੱਦ ਹੈ, ਅਤੇ ਕੋਈ ਆਪਣੇ ਰੰਗ ਦੇ ਉੱਤੇ ਘਮੰਡ ਕਰਦਾ ਹੈ। ਕੁਝ ਲੋਕ ਆਪਣੇ ਵਾਲਾਂ ਤੇ ਘਮੰਡ ਕਰਦੇ ਹਨ ਕਿ ਉਹਨਾਂ ਦੇ ਬਹੁਤ ਸਾਰੇ ਵਾਲ ਹੈ। ਖਾਸ ਕਰਕੇ ਭੈਣਾਂ ਦੇ ਲੰਬੇ ਵਾਲ ਹੁੰਦੇ ਹੈ। ਸਭ ਦਾ ਅਲੱਗ-ਅਲੱਗ ਘਮੰਡ ਹੈ। ਕੁਝ ਲੋਕ ਆਪਣੇ ਨੱਕ ਜਾਂ ਚਿਹਰੇ ਦੇ ਸੋਹਣੇ ਹੋਣ ਤੇ ਘਮੰਡ ਕਰਦੇ ਹੈ। ਇਹਨਾਂ ਤੇ ਘਮੰਡ ਕਰਦੇ ਹੈ। ਅਲੱਗ-ਅਲੱਗ ਤਰ੍ਹਾਂ ਦੇ ਘਮੰਡ ਹੈ। ਕੁਝ ਲੋਕਾਂ ਨੂੰ ਆਪਣੀ ਪੜ੍ਹਾਈ ਦੇ ਉੱਤੇ ਘਮੰਡ ਹੈ ਅਤੇ ਕੁਝ ਲੋਕਾਂ ਨੂੰ ਆਪਣੀ ਡਿਗਰੀ ਦੇ ਉੱਤੇ ਘਮੰਡ ਹੈ। ਇਸ ਕਾਲਜ 'ਚ ਪੜ੍ਹੇ ਹੈ, ਘਮੰਡ ਹੈ। ਯੂਨੀਵਰਸਿਟੀ ਦੇ ਵਿੱਚ ਪੜ੍ਹੇ ਹੈ, ਉਹਦਾ ਵੀ ਘਮੰਡ ਹੈ। ਆਪਣੇ ਫਰੈਂਡਸ ਤੇ ਉਹ ਘਮੰਡ ਕਰਦੇ ਹੈ। ਮਾਂ-ਬਾਪ ਤੇ ਵੀ ਉਹਨਾਂ ਨੂੰ ਘਮੰਡ ਹੁੰਦਾ ਹੈ। ਜਿਸ ਜਗ੍ਹਾ ਤੇ ਰਹਿੰਦੇ ਉਹਦੇ ਕਾਰਨ ਘਮੰਡ ਹੁੰਦਾ ਹੈ। ਤੂੰ ਮੈਨੂੰ ਕੀ ਸਮਝਦਾ ਹੈ? ਮੈਂ ਇਸ ਜਗ੍ਹਾ ਤੇ ਰਹਿੰਦਾ ਹਾਂ, ਘਮੰਡ ਹੈ। ਸਾਡੇ ਵਿਚਕਾਰ ਇਸ ਤਰ੍ਹਾਂ ਕੋਈ ਘਮੰਡ ਕਰਨ ਵਾਲਾ ਹੈ? ਨਾਸ਼ ਹੋਣ ਤੋਂ ਪਹਿਲਾਂ ਸਾਡੇ ਵਿੱਚ ਘਮੰਡ ਆਉਂਦਾ। ਉਸਨੇ ਘਮੰਡ ਕੀਤਾ। ਇਸ ਤੋਂ ਪਹਿਲਾਂ ਇਹਦੇ ਬਾਰੇ ਅਸੀਂ ਚੰਗੀਆਂ ਗੱਲਾਂ ਵੇਖੀਆਂ। ਇਸੇ ਉਜਿਆ ਨੂੰ ਪਰਮੇਸ਼ਵਰ ਨੇ 52 ਸਾਲ ਤੱਕ ਚੰਗੀ ਉਮਰ ਦਿੱਤੀ ਅਤੇ ਉਹਦੇ ਤੇ ਅਨੁਗ੍ਰਹਿ ਕੀਤਾ। ਉਹਦਾ ਪਿਤਾ ਇਮਾਨਦਾਰ ਸੀ ਅਤੇ ਉਜਿਆ ਵੀ ਇਮਾਨਦਾਰੀ ਦੇ ਨਾਲ ਚੱਲਿਆ। ਪਰਮੇਸ਼ਵਰ ਨੇ ਉਹਦੇ ਨਾਲ ਰਹਿ ਕੇ ਉਸ ਨੂੰ ਬਹੁਤ ਸਾਰੀ ਉੱਨਤੀ ਦਿੱਤੀ। ਪਰਮੇਸ਼ਵਰ ਉਹਦੇ ਨਾਲ ਸੀ, ਇਸੇ ਲਈ ਉਸ ਨੂੰ ਵਧਾਇਆ। ਇੱਕ ਪਾਸੇ ਧਨ, ਦੌਲਤ, ਸ਼ਕਤੀ ਅਤੇ ਸੈਨਾ, ਇਹ ਸਭ ਕੁਝ ਵੱਧਦਾ ਗਿਆ। ਉਹ ਸਥਿਰ ਹੋਣ ਤੱਕ ਪਰਮੇਸ਼ਵਰ ਦੇ ਨਾਲ ਹੀ ਰਿਹਾ। ਸਥਿਰ ਹੋਣ ਤੋਂ ਬਾਅਦ ਮੈਂ ਪਰਮੇਸ਼ਵਰ ਤੋਂ ਕੀ ਲੈਣਾ, ਐਸਾ ਵਿਚਾਰ ਉਹਦੇ ਅੰਦਰ ਆਇਆ। ਇੱਕ ਘਮੰਡ ਆ ਗਿਆ, ਉਹ ਵਿਗੜ ਗਿਆ। ਧਿਆਨ ਨਾਲ ਰਹੋ ਮੇਰੇ ਭੈਣੋ ਅਤੇ ਭਰਾਓ। ਘਮੰਡ ਨੂੰ ਆਪਣੇ ਜੀਵਨ ਦੇ ਨੇੜੇ ਤੁਸੀਂ ਨਾ ਆਉਣ ਦਿਓ। ਕਿਉਂ? ਕਿਉਂਕਿ ਘਮੰਡ ਇਨਸਾਨ ਨੂੰ ਨਾਸ਼ ਕਰ ਦਿੰਦਾ ਹੈ ਅਤੇ ਨਮਰਤਾ ਇਨਸਾਨ ਨੂੰ ਉੱਨਤੀ ਦੇ ਰਾਸਤੇ ਉੱਤੇ ਲੈ ਕੇ ਜਾਂਦੀ ਹੈ। ਅਗਰ ਕੋਈ ਇਨਸਾਨ ਸਥਿਰ ਹੋਣ ਤੋਂ ਬਾਅਦ ਵਿਗੜ ਜਾਂਦਾ ਹੈ, ਫਿਰ ਉਹਨਾਂ ਲਈ ਉਜਿਆ ਰਾਜਾ ਤਾਂ ਇੱਕ ਉਦਾਹਰਨ ਹੈ। ਤਾਂ ਆਓ ਅਸੀਂ ਵੇਖਦੇ ਹਾਂ ਦੂਸਰਾ ਇਤਿਹਾਸ ਪਹਿਲੇ ਅਧਿਆਇ ਵਿੱਚ। ਆਓ ਇੱਥੇ ਵੇਖਦੇ ਹਾਂ ਦੂਸਰਾ ਇਤਿਹਾਸ ਪਹਿਲਾ ਅਧਿਆਇ 30ਵਾਂ ਵਚਨ। ਸੁਲੇਮਾਨ ਨੇ ਇੱਕ ਫੈਸਲਾ ਲਿਆ। ਇਹ ਫੈਸਲਾ ਹੁਣ ਕੀ ਹੈ? ਮੈਨੂੰ ਸਥਿਰ ਕਰਨ ਵਾਲੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਾਣਾ ਹੈ। ਉਸਨੇ ਇਹ ਫੈਸਲਾ ਕੀਤਾ। ਉਹ ਜਾ ਸਕਦਾ ਸੀ ਨਾ? ਜਾਣਾ ਚਾਹੀਦਾ ਸੀ ਨਾ? ਨਿਕਲ ਜਾਣਾ ਹੈ। ਜੇ ਇਜ਼ਰਾਈਲ ਦੇਸ਼ ਨੇ ਸੁਰੱਖਿਅਤ ਰਹਿਣਾ ਹੈ ਤਾਂ ਉਸ ਵਿੱਚ ਰਹਿਣ ਵਾਲੇ ਸਾਰੇ ਅਧਿਕਾਰੀਆਂ ਨੂੰ, ਜੇ ਸਲਾਮਤੀ ਵਿੱਚ ਰਹਿਣਾ ਹੈ ਤਾਂ ਪਰਮੇਸ਼ਵਰ ਕੋਲ ਆਉਣਾ ਹੈ। ਆਮ ਤੌਰ ਤੇ ਜਿਹੜੇ ਅਹੁਦੇ ਤੇ ਵਿਰਾਜਮਾਨ ਹੁੰਦੇ ਹਨ ਉਹ ਪਰਮੇਸ਼ਵਰ ਤੋਂ ਦੂਰ ਹੁੰਦੇ ਹਨ। ਇਸ ਤਰ੍ਹਾਂ ਕਿਉਂ? ਕਿਉਂਕਿ ਉਹਨਾਂ ਕੋਲ ਅਹੁਦਾ ਹੈ। ਕਿਰਪਾ ਕਰਕੇ ਧਿਆਨ ਦਿਓ। ਆਮ ਤੌਰ ਤੇ ਕਲੀਸਿਆ 'ਚ ਕੌਣ ਆਉਂਦੇ ਹਨ? ਗਰੀਬ ਲੋਕ ਆਉਂਦੇ ਹਨ। ਪਰਮੇਸ਼ਵਰ ਦੀ ਆਰਾਧਨਾ ਕਰਨ ਦੇ ਲਈ ਸਹੀ ਸਮੇਂ ਤੇ ਆਉਣ ਵਾਲੇ ਕਿਹੜੇ ਲੋਕ ਹੈ? ਜਿਹੜੇ ਮੁਸ਼ਕਿਲ ਵਿੱਚ ਹੈ। ਪਰਮੇਸ਼ਵਰ ਦੀ ਹਜ਼ੂਰੀ ਨਾਲ ਪਿਆਰ ਕਰਨ ਵਾਲੇ, ਪਰਮੇਸ਼ਵਰ ਦੀ ਹਜ਼ੂਰੀ ਤੋਂ ਆਸ ਰੱਖਣ ਵਾਲੇ, ਪ੍ਰਭੂ ਦੀ ਉਪਸਥਿਤੀ ਨਾਲ ਉਹਦੇ ਨਾਲ ਸਮੇਂ ਬਿਤਾਉਣ ਦੀ ਆਸ ਕਰਨ ਵਾਲੇ ਲੋਕ ਆਮ ਤੌਰ ਤੇ ਗਰੀਬ ਲੋਕ। ਇਸ ਤਰ੍ਹਾਂ ਕਿਉਂ? ਜਿਨ੍ਹਾਂ ਦਾ ਕੋਈ ਸਹਾਰਾ ਨਹੀਂ, ਉਹ ਪਰਮੇਸ਼ਵਰ ਨੂੰ ਆਪਣਾ ਸਹਾਰਾ ਬਣਾ ਲੈਂਦੇ। ਜਿਨ੍ਹਾਂ ਕੋਲ ਪੈਸਾ ਹੈ ਉਹਨਾਂ ਬਾਰੇ ਕੀ, ਅਤੇ ਜਿਨ੍ਹਾਂ ਕੋਲ ਅਹੁਦਾ ਹੈ ਉਹਨਾਂ ਬਾਰੇ ਕੀ? ਫਿਰ ਜਿਹਦੇ ਕੋਲ ਅਧਿਕਾਰ ਹੈ ਉਹਦੇ ਬਾਰੇ ਕੀ? ਅਮੀਰੀ 'ਚ ਰਹਿਣ ਵਾਲੇ ਲੋਕਾਂ ਬਾਰੇ ਕੀ ਹੈ? ਕਿਉਂਕਿ ਉਹ ਬਹੁਤ ਬਿਜ਼ੀ ਰਹਿੰਦੇ ਹਨ। ਕਿੱਥੇ ਜਾਵਾਂ? ਮੈਂ ਨਿਕਲ ਨਹੀਂ ਸਕਦਾ। ਮੇਰੇ ਤੇ ਜੋ ਜ਼ਿੰਮੇਵਾਰੀ ਹੈ ਉਹਦੇ ਕਾਰਨ ਆਪਣੀ ਜਗ੍ਹਾ ਤੋਂ ਮੈਂ 1 ਮਿੰਟ ਵੀ ਹਿੱਲ ਨਹੀਂ ਸਕਦਾ।
ਐਤਵਾਰ ਨੂੰ ਮੇਰੀ ਡਿਊਟੀ ਹੈ, ਐਤਵਾਰ ਨੂੰ ਮੇਰਾ ਆਫਿਸ ਹੈ, ਐਤਵਾਰ ਨੂੰ ਹੀ। ਕਿ ਤੁਸੀਂ ਇੰਨੇ ਬਿਜ਼ੀ ਹੋ? ਜੀ ਹਾਂ, ਮੇਰੇ ਕੋਲ ਕੰਮ ਜ਼ਿਆਦਾ ਹੈ। ਜੀ ਹਾਂ। ਕਿਸੇ ਵਿਅਕਤੀ ਨੂੰ ਅਗਰ ਪਰਮੇਸ਼ਵਰ ਕੋਈ ਅਹੁਦਾ ਦਿੰਦਾ ਹੈ ਤਾਂ ਉਸ ਅਹੁਦੇ ਨੂੰ ਜੇ ਪਰਮੇਸ਼ਵਰ ਤੋਂ ਦੂਰ ਕਰੋਗੇ ਤਾਂ ਇਹ ਹੀ ਕਾਫੀ ਹੈ, ਫਿਰ ਉਹ ਅਹੁਦਾ ਵੀ ਦੂਰ ਕਰਨਗੇ। ਇਹ ਵਚਨ ਸੁਣਨ ਵਾਲੇ ਮੇਰੇ ਭੈਣੋ ਤੇ ਭਰਾਓ, ਪਰਮੇਸ਼ਵਰ ਨੇ ਤੁਹਾਨੂੰ ਜੋ ਅਹੁਦਾ ਦਿੱਤਾ ਹੈ ਉਹ ਤੁਹਾਨੂੰ ਪਰਮੇਸ਼ਵਰ ਤੋਂ ਦੂਰ ਨਾ ਕਰੇ। ਪਰਮੇਸ਼ਵਰ ਨੇ ਜੋ ਤੁਹਾਨੂੰ ਧਨ ਦੌਲਤ ਦਿੱਤਾ ਹੈ, ਜੇ ਪਰਮੇਸ਼ਵਰ ਤੋਂ ਦੂਰ ਕਰਦੇ ਜਾਂ ਪਰਮੇਸ਼ਵਰ ਦੀ ਹਜ਼ੂਰੀ ਤੋਂ ਦੂਰ ਕਰਦੇ, ਇਹ ਠੀਕ ਨਹੀਂ। ਪਰਮੇਸ਼ਵਰ ਦੀ ਹਜ਼ੂਰੀ 'ਚ ਜਿਹੜਾ ਸਮੇਂ ਬਿਤਾਉਣਾ ਹੈ, ਜੇ ਉਹ ਨਾ ਬਿਤਾਇਆ, ਠੀਕ ਨਹੀਂ ਹੋਵੇਗਾ। ਸੁਲੇਮਾਨ ਵਰਗਾ ਜਿਹੜਾ ਰਾਜਾ ਹੈ, ਪਰਮੇਸ਼ਵਰ ਦੀ ਹਜ਼ੂਰੀ ਦੇ ਲਈ ਸਮੇਂ ਕੱਢਦਾ ਹੈ। ਇੰਨਾ ਹੀ ਨਹੀਂ, ਸੁਲੇਮਾਨ ਨੇ ਜੋ ਕੀਤਾ ਹੈ, ਤੁਹਾਨੂੰ ਪਤਾ ਹੈ ਕਿ ਮੈਨੂੰ ਪਰੇਸ਼ਾਨੀ ਹੈ ਜਾਂ ਮੈਨੂੰ ਆਉਣਾ ਔਖਾ ਹੋ ਰਿਹਾ ਹੈ, ਮੇਰੇ ਲਈ ਇਸ ਤਰ੍ਹਾਂ ਕਰਨਾ ਬਹੁਤ ਮੁਸ਼ਕਿਲ ਹੈ। ਇਹ ਕਹਿ ਕੇ ਜੋ ਬਚਣਾ ਚਾਹੁੰਦੇ ਹੈ, ਉਹਨਾਂ ਸਾਰਿਆਂ ਨੂੰ ਉਸਨੇ ਇੱਕ ਕੀਤਾ। ਆਪਾਂ ਸਾਰੇ ਮਿਲ ਕੇ ਜਾਵਾਂਗੇ, ਚੰਗਾ ਵਿਚਾਰ ਹੈ। ਸੁਲੇਮਾਨ ਕੱਲਾ ਹੀ ਜਾਣ ਦੇ ਬਾਰੇ ਨਹੀਂ ਸੋਚ ਰਿਹਾ ਸੀ, ਆਪਣੇ ਨਾਲ ਸਾਰੇ ਲੋਕਾਂ ਨੂੰ ਲੈ ਕੇ ਜਾਣਾ ਹੈ। ਇਹ ਉਸਨੇ ਸੋਚਿਆ। ਭੈਣੋ ਅਤੇ ਭਰਾਓ, ਇਹ ਨਹੀਂ ਕਿ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ 'ਚ ਗੋਡੇ ਟੇਕੋ, ਤੁਹਾਡੇ ਨਾਲ ਤੁਹਾਡਾ ਪਰਿਵਾਰ ਵੀ ਗੋਡੇ ਟੇਕੇ। ਜੀ ਹਾਂ, ਕੇਵਲ ਇਹ ਨਹੀਂ ਕਿ ਤੁਸੀਂ ਇਕੱਲੇ ਹੀ ਪ੍ਰਾਰਥਨਾ ਕਰਦੇ ਰਹੋ, ਤੁਹਾਡੇ ਨਾਲ ਤੁਹਾਡੀ ਪਤਨੀ ਅਤੇ ਤੁਹਾਡੇ ਪਤੀ ਅਤੇ ਤੁਹਾਡੇ ਬੱਚਿਆਂ ਨੂੰ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ। ਇਹ ਕਰੋਨਾ ਦੇ ਕਾਰਨ ਜਿਹੜੀ ਸਮੱਸਿਆ ਆਈ ਹੈ, ਸਾਰੇ ਪਰਿਵਾਰ ਦੇ ਲੋਕ ਅਤੇ ਸਾਰੇ ਪਰਿਵਾਰ ਦੇ ਮੈਂਬਰ ਪਰਮੇਸ਼ਵਰ ਦੀ ਆਰਾਧਨਾ ਕਰੇ, ਇਸ ਲਈ ਉਸਨੇ ਇਹ ਸਮੇਂ ਸਾਨੂੰ ਦਿੱਤਾ ਹੈ। ਅਗਰ ਇਹ ਸਾਡੇ ਤੋਂ ਨਹੀਂ ਹੋ ਰਿਹਾ ਹੈ ਤਾਂ ਪਰਮੇਸ਼ਵਰ ਜ਼ਰੂਰ ਸਾਨੂੰ ਇਹ ਸਮੇਂ ਦੇਣਗੇ। ਕਿਰਪਾ ਕਰਕੇ ਧਿਆਨ ਨਾਲ ਸੁਣੋ, ਪਰਮੇਸ਼ਵਰ ਨੇ ਤੁਹਾਨੂੰ ਦਿਨ ਦਿੱਤਾ ਹੈ। ਤੁਹਾਡੇ ਕੋਲ ਜੋ ਅਧਿਕਾਰ ਹੈ, ਉਸ ਅਧਿਕਾਰ ਦਾ ਤੁਸੀਂ ਇਸਤੇਮਾਲ ਕਰੋ। ਆਪਣੇ ਨਾਲ 10 ਲੋਕਾਂ ਨੂੰ ਪ੍ਰਭੂ ਦੇ ਕੋਲ ਲੈ ਕੇ ਆਓ, ਇਹ ਬਰਕਤ ਹੈ। ਦੂਸਰੀ ਗੱਲ, ਸੁਲੇਮਾਨ ਅਤੇ ਉਹਦੇ ਆਸੇ-ਪਾਸੇ ਜਿੰਨੇ ਵੀ ਲੋਕ ਸੀ, ਉਸਨੇ ਸਾਰਿਆਂ ਨੂੰ ਸੱਦਾ ਦਿੱਤਾ, ਆਓ ਅਸੀਂ ਵੇਖਦੇ ਹਾਂ। ਪਰਮੇਸ਼ਵਰ ਦੀ ਆਰਾਧਨਾ ਕਰਨ ਜਾਣਾ ਹੈ। ਸੁਲੇਮਾਨ ਬੁਲਾ ਰਿਹਾ, ਇਸ ਲਈ ਨਹੀਂ ਜਾਣਾ। ਤੁਸੀਂ ਜਾਓ, ਇਹ ਨਹੀਂ ਕਿਹਾ। ਤੁਸੀਂ ਚਲੇ ਜਾਓ, ਇਹ ਨਹੀਂ ਕਹਿ ਰਿਹਾ। ਤੁਸੀਂ ਲੋਕ ਚਲੇ ਜਾਓ। ਉਸਨੇ ਇਸ ਤਰ੍ਹਾਂ ਨਹੀਂ ਕਿਹਾ। ਉਸਨੇ ਪਤਾ ਕੀ ਕਿਹਾ? ਆਓ ਅਸੀਂ ਸਾਰੇ ਮਿਲ ਕੇ ਜਾਵਾਂਗੇ ਪਿਤਾ। ਜੇ ਤੁਸੀਂ ਵੀ ਨਹੀਂ ਆਓਗੇ ਤਾਂ ਤੁਹਾਡਾ ਪਰਿਵਾਰ ਵੀ ਨਹੀਂ ਆਏਗਾ। ਮੇਰੀ ਭੈਣ, ਜੇ ਤੁਸੀਂ ਵੀ ਨਹੀਂ ਆਓਗੇ, ਤੁਹਾਡੇ ਬੱਚੇ ਵੀ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਫਿਰ ਨਹੀਂ ਆ ਸਕਣਗੇ। ਕਈ ਵਾਰ ਇਹ ਹੁੰਦਾ ਹੈ, ਪਤਾ ਹੈ, ਪਤਨੀ ਤੇ ਬੱਚੇ ਤਾਂ ਤਿਆਰ ਹੁੰਦੇ ਹੈ, ਪਰ ਪਤੀ ਰਿਮੋਟ ਕੰਟਰੋਲ ਹੱਥ 'ਚ ਲੈ ਕੇ ਉਹ ਚੈਨਲ ਬਦਲਦਾ ਰਹਿੰਦਾ ਹੈ। ਪਤਨੀ ਕਹਿੰਦੀ, ਆਓ ਆਪਾਂ ਚਰਚ ਚੱਲੀਏ। ਹਾਂ, ਤੁਸੀਂ ਜਾਓ, ਤੁਸੀਂ ਜਾਓ। ਜੇ ਤੁਸੀਂ ਚੱਲੋਗੇ ਤਾਂ ਚੰਗਾ ਹੈ, ਤੁਸੀਂ ਜਾਓ ਅਤੇ ਬੱਚਿਆਂ ਨੂੰ ਵੀ ਤੁਸੀਂ ਨਾਲ ਲੈ ਕੇ ਜਾਓ। ਇਹ ਆਤਮਿਕਤਾ ਨਹੀਂ ਹੈ। ਪਰਿਵਾਰ 'ਚ ਮੰਨਣ ਵਾਲੀ ਇਹ ਆਤਮਿਕਤਾ ਬਿਲਕੁਲ ਵੀ ਨਹੀਂ ਆ। ਅੱਜ ਤੁਹਾਨੂੰ ਲੱਗ ਰਿਹਾ ਹੈ ਕਿ ਸਭ ਕੁਝ ਠੀਕ ਚੱਲ ਰਿਹਾ ਹੈ, ਪਰ ਇੱਕ ਦਿਨ ਐਸਾ ਆਵੇਗਾ ਜਦੋਂ ਤੁਹਾਡੇ ਬੱਚੇ ਹੀ ਤੁਹਾਡੇ ਵਿਰੋਧ ਵਿੱਚ ਚੱਲਣਗੇ। ਫਿਰ ਤੁਸੀਂ ਰੋਂਗੇ, ਹੰਝੂ ਬਹਾਓਗੇ ਅਤੇ ਕਹੋਗੇ, ਪਰਮੇਸ਼ਵਰ ਇਹ ਸਭ ਕੀ ਹੈ? ਅਤੇ ਕਹੋਗੇ, ਮੇਰੀ ਜ਼ਿੰਦਗੀ 'ਚ ਮਾੜੇ ਹਾਲਾਤ ਕਿਉਂ ਆਏ? ਕਿਉਂ ਮੇਰੇ ਬੱਚੇ ਮੇਰੇ ਤੇ ਹੈਵੀ ਹੋ ਰਹੇ ਆ? ਐਸਾ ਕੀ ਹੈ ਕਿ ਉਹਨਾਂ ਵਿੱਚ ਕੋਈ ਵੀ ਡਰ ਨਹੀਂ ਹੈ, ਨਾ ਕੋਈ ਭਗਤੀ ਹੈ, ਨਾ ਕੋਈ ਵੈਲਿਊ ਹੈ, ਨਾ ਕੋਈ ਅਨੁਸ਼ਾਸਨ ਹੈ। ਇਹ ਕੀ ਹੋ ਰਿਹਾ? ਐਸੇ ਦਿਨ ਜ਼ਰੂਰ ਆਉਣਗੇ। ਇਹਦਾ ਕਾਰਨ ਪਤਾ ਹੈ। ਆਤਮਿਕ ਸਮੇਂ ਜਦੋਂ ਚੱਲਣਾ ਸੀ, ਉਹ ਨਹੀਂ ਚੱਲੇ। ਪਰਮੇਸ਼ਵਰ ਦੀ ਹਜ਼ੂਰੀ 'ਚ ਆਉਣਾ ਸੀ, ਪਰ ਉਹ ਨਹੀਂ ਆਏ। ਉਸ ਸਮੇਂ ਤੁਹਾਡੇ ਬੱਚਿਆਂ ਨੇ ਤੁਹਾਨੂੰ ਨਹੀਂ ਵੇਖਿਆ। ਜਿਸ ਤਰ੍ਹਾਂ ਤੁਸੀਂ ਭਗਤੀ ਤੋਂ ਬਿਨਾਂ ਚੱਲਦੇ ਆਏ, ਉਸੇ ਤਰ੍ਹਾਂ ਉਹ ਵੀ ਕਰਨਗੇ। ਪਿਤਾ ਜੋ ਕਰਦਾ ਹੈ, ਅਗਰ ਪੁੱਤਰ ਉਸ ਨੂੰ ਵੇਖਦਾ ਹੈ, ਉਹ ਵੀ ਉਸੇ ਤਰ੍ਹਾਂ ਕਰੇਗਾ। ਇਸ ਤਰ੍ਹਾਂ ਬਾਈਬਲ 'ਚ ਲਿਖਿਆ ਹੋਇਆ ਹੈ। ਸੁਲੇਮਾਨ ਤਾਂ ਇੱਕ ਨਮੂਨਾ ਸੀ। ਰਾਜਾ ਹੋਣ ਤੇ ਵੀ ਉਹ ਕਹਿ ਰਿਹਾ ਹੈ, ਮੈਂ ਜਾ ਰਿਹਾ ਹਾਂ, ਤੁਸੀਂ ਵੀ ਆਓ। ਅਦਭੁਤ ਗੱਲ ਹੈ ਨਾ? ਅਦਭੁਤ ਹੈ। ਤੀਸਰੀ ਗੱਲ, ਸੁਲੇਮਾਨ ਨੇ ਆਪਣੇ ਨਾਲ ਉਹਨਾਂ ਨੂੰ ਲਿਜਾਣ ਦੇ ਇਸ ਕਿਰਿਆ ਦੇ ਵਿੱਚ ਜ਼ਬਰਦਸਤੀ ਨਹੀਂ ਕੀਤੀ। ਅਗਰ ਕੋਈ ਵੀ ਮੇਰੇ ਨਾਲ ਨਹੀਂ ਆ ਰਿਹਾ ਹੈ ਤਾਂ ਉਹਨੂੰ ਮੈਂ ਨੌਕਰੀ 'ਚੋਂ ਕੱਢ ਦਵਾਂਗਾ, ਇਸ ਤਰ੍ਹਾਂ ਨਹੀਂ ਕਿਹਾ। ਸਭ ਨੂੰ ਮਾਰ ਦਵਾਂਗਾ, ਇਹ ਨਹੀਂ ਕਿਹਾ। ਇਸ ਤਰ੍ਹਾਂ ਨਬੂਕਦਨੇਜ਼ਰ ਨੇ ਕਿਹਾ ਸੀ। ਨਬੂਕਦਨੇਜ਼ਰ ਨੇ ਕੀ ਕੀਤਾ? ਉਸਨੇ ਇੱਕ ਮੂਰਤ ਬਣਾਈ ਅਤੇ ਕਿਹਾ, ਜਿਹੜਾ ਮੱਥਾ ਨਹੀਂ ਟੇਕੇਗਾ ਉਹਨੂੰ ਮੈਂ ਮਾਰ ਦਵਾਂਗਾ। ਉਸਨੇ ਇਸ ਤਰ੍ਹਾਂ ਕੀਤਾ। ਡਰਾਉਣ ਵਾਲਾ ਵਿਅਕਤੀ ਸੀ। ਤਗੜਾ ਹੋਣ ਦੇ ਕਾਰਨ ਦੂਸਰੇ ਲੋਕਾਂ ਨੂੰ ਆਪਣੇ ਕੰਮ ਦੇ ਵੱਲ ਅਤੇ ਆਪਣੇ ਵਿਸ਼ਵਾਸ ਦੇ ਵੱਲ ਝੁਕਾ ਦੇਣਾ, ਉਹ ਇਸ ਤਰ੍ਹਾਂ ਦਾ ਸੀ। ਮੇਰੀ ਭੈਣ, ਅਗਰ ਤੁਸੀਂ ਵਿਸ਼ਵਾਸੀ ਹੋ, ਤੁਹਾਡਾ ਪਤੀ ਵਿਸ਼ਵਾਸੀ ਨਹੀਂ ਹੈ, ਉਹਨਾਂ ਨਾਲ ਜ਼ਬਰਦਸਤੀ ਨਾ ਕਰੋ। ਮੈਂ ਚਰਚ ਜਾ ਰਹੀ ਹਾਂ, ਜਾ ਕੇ ਆ ਜਾ। ਇਹ ਕੀ ਕਹਿ ਰਹੇ ਹੋ? ਮੈਂ ਤਾਂ ਚਰਚ ਜਾ ਰਹੀ ਹਾਂ, ਤੁਸੀਂ ਕਿਉਂ ਨਹੀਂ ਆ ਰਹੇ? ਇਹ ਚੰਗੀ ਗੱਲ ਨਹੀਂ ਹੈ।
ਤੂੰ ਪ੍ਰਾਰਥਨਾ ਕਰ ਰਹੀ ਹੈ ਨਾ, ਤੇਰੀ ਪ੍ਰਾਰਥਨਾ ਮੈਨੂੰ ਬਚਾਏਗੀ। ਜਾ, ਮੈਂ ਤੈਨੂੰ ਕਹਿ ਰਹੀ ਹਾਂ, ਜੇ ਤੂੰ ਮੇਰੇ ਨਾਲ ਨਹੀਂ ਆਇਆ ਤਾਂ ਪਰਮੇਸ਼ਵਰ ਐਸੀ ਬਿਮਾਰੀ ਦੇਗਾ, ਦੁੱਖ ਦੇਗਾ, ਤਕਲੀਫ ਦੇਗਾ। ਇਸ ਤਰ੍ਹਾਂ ਨਾ ਕਹੋ। That is not what God expecting from you। ਜ਼ਬਰਦਸਤੀ ਆਪਣੇ ਪਤੀ ਨੂੰ ਚਰਚ ਲੈ ਕੇ ਆਣਾ, ਆਪਣੇ ਬੱਚਿਆਂ ਨੂੰ ਲੈ ਕੇ ਆਣਾ, ਆਪਣੀ ਪਤਨੀ ਨੂੰ ਲੈ ਕੇ ਆਉਣਾ, ਚਰਚ ਲੈ ਕੇ ਆਉਣਾ ਹੈ, ਨਹੀਂ ਤਾਂ ਮੈਂ ਸ਼ਰਾਪਿਤ ਕਰ ਦਵਾਂਗਾ, ਤੈਨੂੰ ਮੰਜੇ ਤੇ ਪਾ ਦਿਆਂਗਾ, ਹਸਪੀਟਲ ਪਹੁੰਚਾ ਦਿਆਂਗਾ। ਇਸ ਤਰ੍ਹਾਂ ਕਿਹਾ। ਤੁਸੀਂ ਸ਼ਰਾਪ ਨਾ ਦਿਓ। ਦੇਖੋ ਮਾਂ-ਬਾਪ ਕੀ ਕਰਦੇ ਹੈ ਆਪਣੇ ਬੱਚਿਆਂ ਨੂੰ, ਜੇ ਉਹ ਚਰਚ ਨਹੀਂ ਆਉਂਦੇ ਤਾਂ ਉਹਨਾਂ ਨੂੰ ਬੁਰੇ ਸ਼ਬਦ ਕਹਿੰਦੇ ਆ ਅਤੇ ਇਹ ਕਹਿੰਦੇ ਤੁਸੀਂ ਨਾਸ਼ ਹੋ ਜਾਓਗੇ, ਤੂੰ ਬਰਬਾਦ ਹੋ ਜਾਏਗਾ, ਤੇਰਾ ਕੁਝ ਨਹੀਂ ਰਹੇਗਾ। ਨੋ। ਆਤਮਿਕਤਾ ਕੀ ਹੈ? ਆਪਣੇ ਕੰਮਾਂ ਦੇ ਵਿੱਚ ਵਿਖਾ ਕੇ। ਪ੍ਰੇਮ ਕੀ ਹੈ? ਭਗਤੀ ਕੀ ਹੈ? ਤੁਸੀਂ ਪਰਮੇਸ਼ਵਰ ਨੂੰ ਜਾਣਿਆ, ਇਸ ਲਈ ਤੁਸੀਂ ਜੋ ਹੋ। ਇਹ ਅਦਭੁਤ ਜੀਵਨ ਦੀ ਅਹਿਮੀਅਤ ਕੀ ਹੈ? ਇਸ ਨੂੰ ਤੁਹਾਡਾ ਪਤੀ, ਤੁਹਾਡੀ ਪਤਨੀ, ਤੁਹਾਡੇ ਬੱਚੇ, ਉਹ ਤੁਹਾਨੂੰ ਵੇਖੇ। ਐਸਾ ਜੀਵਨ ਤੁਹਾਨੂੰ ਜੀਣਾ ਚਾਹੀਦਾ। ਨਬੂਕਦਨੇਜ਼ਰ ਦਾ ਤਰੀਕਾ ਕੀ ਸੀ? ਜਿਹੜੀ ਮੂਰਤ ਮੈਂ ਬਣਾਈ ਹੈ, ਅਗਰ ਤੁਸੀਂ ਉਸ ਨੂੰ ਮੱਥਾ ਨਹੀਂ ਟੇਕੋਗੇ ਤਾਂ ਉਸ ਨੂੰ ਫੜ ਕੇ ਮੈਂ ਉਹਨੂੰ ਅੱਗ ਦੀ ਭੱਠੀ 'ਚ ਪਾ ਦਿਆਂਗਾ। ਉਹ ਧੱਕੇ ਨਾਲ ਲੋਕਾਂ ਨੂੰ ਵਿਸ਼ਵਾਸ 'ਚ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਤਰ੍ਹਾਂ ਨਹੀਂ। ਮਸੀਹ ਤੇ ਵਿਸ਼ਵਾਸ ਕਰਨ ਵਾਲੇ ਕਿਸੇ ਨਾਲ ਜ਼ਬਰਦਸਤੀ ਖਿੱਚ ਕੇ ਵਿਸ਼ਵਾਸ ਵਿੱਚ ਲੈ ਕੇ ਨਹੀਂ ਆਉਂਦੇ। ਸਤੀਸ਼ ਕੁਮਾਰ ਤਾਂ ਪਹਿਲੇ ਦਿਨ ਤੋਂ ਹੀ ਜ਼ਬਰਦਸਤੀ ਕਰਨਾ, ਧਰਮ ਪਰਿਵਰਤਨ ਕਰਨਾ, ਇਹਦਾ ਵਿਰੋਧ ਕਰਦਾ ਆਇਆ ਹੈ। ਯਿਸੂ ਮਸੀਹ ਨੇ ਕਦੀ ਵੀ ਜ਼ਬਰਦਸਤੀ ਕਰਕੇ ਲੋਕਾਂ ਨੂੰ ਪ੍ਰਭੂ ਦੇ ਕੋਲ ਲੈ ਕੇ ਆਉਣ ਦੇ ਲਈ ਨਹੀਂ ਕਿਹਾ। ਜ਼ਬਰਦਸਤੀ ਕਿਸੇ ਨੂੰ ਵਿਸ਼ਵਾਸ ਦੇ ਵਿੱਚ ਖਿੱਚ ਕੇ ਲੈ ਕੇ ਆਓ, ਇਸ ਤਰ੍ਹਾਂ ਉਹਨਾਂ ਨੇ ਨਹੀਂ ਕਿਹਾ। ਜੋ ਵੀ ਪਰਮੇਸ਼ਵਰ ਦੇ ਕੋਲ ਆਉਂਦਾ ਹੈ, ਆਪਣੀ ਇੱਛਾ ਨਾਲ ਆਵੇ, ਆਜ਼ਾਦੀ ਨਾਲ ਆਵੇ, ਖੁਸ਼ੀ ਨਾਲ ਆਵੇ। ਇਹੀ ਤਾਂ ਪਰਮੇਸ਼ਵਰ ਚਾਹੁੰਦੇ ਹੈ। ਸੁਲੇਮਾਨ ਐਸਾ ਵਿਅਕਤੀ ਸੀ। ਸਭ ਤੋਂ ਪਹਿਲਾਂ ਉਹ ਆਪਣੇ ਕੰਮਾਂ ਦੇ ਦੁਆਰਾ ਦਿਖਾ ਰਿਹਾ, ਉਸ ਤੋਂ ਬਾਅਦ ਇੱਕ ਨਹੀਂ, ਉਹ ਸਾਧਾਰਨ ਤੌਰ ਤੇ ਪਰਮੇਸ਼ਵਰ ਦੀ ਹਜ਼ੂਰੀ 'ਚ ਆਉਣ ਦੇ ਲਈ ਜਿਹੜੇ ਬਹਾਨੇ ਬਣਾਉਂਦੇ ਸੀ, ਸਭ ਨੂੰ ਲੈ ਕੇ ਆਉਂਦਾ ਹੈ। ਪਿਆਰੀ ਭੈਣ, ਪਿਆਰੇ ਭਰਾ, ਜੋ ਕੁਝ ਵੀ ਤੁਸੀਂ ਪ੍ਰਾਪਤ ਕੀਤਾ ਹੈ, ਹਾਸਲ ਕੀਤਾ ਹੈ, ਜੋ ਕੁਝ ਪਾਇਆ ਹੈ, ਜੇ ਪਰਮੇਸ਼ਵਰ ਦੀ ਹਜ਼ੂਰੀ 'ਚ ਨਹੀਂ ਰਹੋਗੇ ਤਾਂ ਉਸ ਨੂੰ ਗਵਾ ਦੇਵੋਗੇ। ਜਿਸਨੇ ਤੁਹਾਨੂੰ ਆਸ਼ੀਸ਼ ਦਿੱਤੀ ਹੈ, ਕਿ ਉਸਨੇ ਤੁਹਾਨੂੰ ਉੱਨਤੀ ਦਿੱਤੀ, ਕਾਰੋਬਾਰ ਦਿੱਤਾ ਅਤੇ ਤੁਹਾਨੂੰ ਉਚਾਈਆਂ ਤੇ ਰੱਖਿਆ, ਤੁਹਾਨੂੰ ਵੱਡਾ ਕਾਰੋਬਾਰ ਦਿੱਤਾ ਹੈ ਅਤੇ ਧਨ ਦੌਲਤ ਸਭ ਕੁਝ ਦਿੱਤਾ ਹੈ, ਬਹੁਤ ਸਾਰੇ ਲੋਕਾਂ ਨੂੰ ਨੌਕਰੀ ਦੇ ਸਕੇ, ਐਸੀ ਜਗ੍ਹਾ ਤੇ ਰੱਖਿਆ। ਇਹਨਾਂ ਸਾਰੀਆਂ ਗੱਲਾਂ ਵਿੱਚ ਤੁਸੀਂ ਆਸ਼ੀਸ਼ ਪਾ ਰਹੇ ਹੋ। ਇਸ ਲਈ ਉਸ ਨੂੰ ਤੁਸੀਂ ਆਧਾਰ ਬਣਾ ਕੇ 10 ਲੋਕਾਂ ਨੂੰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਲੈ ਕੇ ਆਓ ਪਿਆਰ ਦੇ ਨਾਲ। ਬਹੁਤ ਸਾਰੇ ਲੋਕ ਕੀ ਕਰਦੇ ਹੈ ਪਤਾ ਹੈ? ਉਹਨਾਂ ਦੇ ਕੋਲ ਜਿਹੜਾ ਅਹੁਦਾ ਹੈ, ਉਹਦਾ ਫਾਇਦਾ ਚੱਕ ਕੇ ਪਾਪ ਕਰਨ ਦੀ ਕੋਸ਼ਿਸ਼ ਕਰਦੇ ਹੈ। ਉਹਨਾਂ ਕੋਲ ਜਿਹੜਾ ਅਹੁਦਾ ਹੈ, ਉਸ ਦਾ ਉਹ ਇਸਤੇਮਾਲ ਕਰਦੇ ਹੈ। ਸਰੀਰ ਦੀ ਇੱਛਾ ਨੂੰ ਪੂਰਾ ਕਰਨ ਦੇ ਲਈ ਉਹ ਉਸ ਨੂੰ ਬਲੈਕਮੇਲ ਕਰਦੇ ਹੈ। ਜੇ ਤੁਸੀਂ ਮੇਰੀ ਗੱਲ ਨਹੀਂ ਮੰਨੋਗੇ ਤਾਂ ਮੈਂ ਨੌਕਰੀ ਤੋਂ ਕੱਢ ਦਿਆਂਗਾ। ਜਿਸ ਤਰ੍ਹਾਂ ਮੈਂ ਚਾਹੁੰਦਾ ਹਾਂ, ਅਗਰ ਉਸ ਤਰ੍ਹਾਂ ਨਹੀਂ ਲਿਖੋਗੇ ਤਾਂ ਪ੍ਰਮੋਸ਼ਨ ਤੁਹਾਨੂੰ ਨਹੀਂ ਮਿਲੇਗਾ। ਮੈਂ ਜੋ ਚਾਹੁੰਦਾ ਹਾਂ, ਅਗਰ ਉਹ ਪਾਪ ਮੇਰੇ ਨਾਲ ਨਹੀਂ ਕਰੋਗੇ ਤਾਂ ਸਸਪੈਂਡ ਕਰ ਦਵਾਂਗਾ। ਤੁਹਾਨੂੰ ਇਹ ਜੋ ਅਧਿਕਾਰ ਮਿਲਿਆ ਹੈ, ਉਸ ਦਾ ਪਾਪ ਕਰਨ ਲਈ ਇਸਤੇਮਾਲ ਕਰਦੇ ਹੈ। ਆਪਣੇ ਆਸ-ਪਾਸ ਦੇ ਲੋਕਾਂ ਨੂੰ ਪਾਪ 'ਚ ਸੁੱਟ ਦਿੰਦੇ ਹੈ, ਗਲਤ ਇਸਤੇਮਾਲ ਕਰਦੇ ਹੈ। ਜੇ ਤੁਸੀਂ ਐਸੇ ਵਿਅਕਤੀ ਹੋ ਤਾਂ ਸਾਵਧਾਨ ਹੋ ਜਾਓ। ਤੁਸੀਂ ਧੋਖੇ ਵਿੱਚ ਹੋ। ਤੁਸੀਂ ਆਪ ਹੀ ਨਹੀਂ, ਸਗੋਂ ਆਸ-ਪਾਸ ਦੇ ਲੋਕਾਂ ਨੂੰ ਵੀ ਨਾਸ਼ ਕਰ ਰਹੇ ਹੋ। ਇਹ ਚੰਗੀ ਗੱਲ ਨਹੀਂ। ਸੁਲੇਮਾਨ ਨੇ ਜੋ ਅਹੁਦਾ ਪਾਇਆ ਹੋਇਆ ਸੀ, ਬੁਰਾਈ ਲਈ ਉਹਦਾ ਇਸਤੇਮਾਲ ਨਹੀਂ ਕੀਤਾ, ਭੈੜੇ ਕੰਮਾਂ ਲਈ ਉਹਦਾ ਇਸਤੇਮਾਲ ਨਹੀਂ ਕਰਦਾ ਹੈ, ਅਪਵਿੱਤਰ ਤੇ ਭੈੜੇ ਕੰਮਾਂ ਲਈ ਇਸਤੇਮਾਲ ਨਹੀਂ ਕਰ ਰਿਹਾ। ਪਰ ਉਹ ਕਿਹਦੇ ਲਈ ਇਸਤੇਮਾਲ ਕਰ ਰਿਹਾ ਹੈ? ਆਤਮਿਕਤਾ ਲਈ ਇਸਤੇਮਾਲ ਕਰ ਰਿਹਾ ਹੈ। ਆਪਣੇ ਨਾਲ 10 ਲੋਕਾਂ ਨੂੰ ਪਰਮੇਸ਼ਵਰ ਦੀ ਹਜ਼ੂਰੀ 'ਚ ਲਿਆਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਸਾਰਿਆਂ ਨੂੰ ਉੱਥੇ ਲੈ ਕੇ ਆਉਂਦਾ ਹੈ। ਭਵਨ ਨਾਲ ਵਾਲੀ ਗਲੀ ਦੇ ਵਿੱਚ ਨਹੀਂ ਸੀ। 7 ਕਿਲੋਮੀਟਰ ਸੀ ਅਤੇ 7 ਕਿਲੋਮੀਟਰ ਦੀ ਯਾਤਰਾ ਕਰਕੇ ਉਹਨਾਂ ਨੇ ਜਾਣਾ ਸੀ। ਉਹ ਸਾਰਿਆਂ ਨੂੰ ਉੱਥੇ ਲੈ ਕੇ ਗਿਆ ਅਤੇ ਉਸ ਤੋਂ ਬਾਅਦ ਵੇਖਾਂਗੇ ਉੱਥੇ ਕੀ ਹੋਇਆ। 8ਵਾਂ ਵਚਨ, ਤਦ ਪਾਤਸ਼ਾਹ ਅਤੇ ਸਾਰੀ ਪ੍ਰਜਾ ਨੇ ਯਹੋਵਾ ਦੇ ਅੱਗੇ, ਯਾਨੀ ਸੁਲੇਮਾਨ ਉਸ ਵੇਦੀ ਦੇ ਕੋਲ ਜਾ ਕੇ ਉਹਦੇ ਉੱਪਰ 1000 ਹੋਮ ਬਲੀਆਂ ਉਹ ਚੜਾਉਂਦਾ ਹੈ। ਕਿੰਨੀਆਂ? 1000। ਕੀ ਇੱਕ ਬਲੀ ਕਾਫੀ ਨਹੀਂ ਸੀ? ਇੱਕ ਪਸ਼ੂ ਨੂੰ ਬਲੀ ਕਰ ਦਿੰਦੇ ਤਾਂ ਇਹ ਕਾਫੀ ਸੀ। ਇੱਕ ਬੱਕਰੇ ਨੂੰ ਜਾਂ ਫਿਰ ਇੱਕ ਭੇਡ ਨੂੰ ਬਲੀ ਕਰਨਾ ਕਾਫੀ ਸੀ। ਇਹ ਕਾਫੀ ਹੈ। ਉਸਨੇ ਇਸ ਤਰ੍ਹਾਂ ਨਹੀਂ ਸੋਚਿਆ, ਉਸਨੇ ਹੋਰ ਬਲੀਆਂ ਕੀਤੀਆਂ। ਕਿਉਂ? ਕਿ ਪਰਮੇਸ਼ਵਰ ਨੇ ਜਿਹੜੀ ਆਸ਼ੀਸ਼ ਮੈਨੂੰ ਦਿੱਤੀ ਹੈ, ਅਗਰ ਉਸ ਦੀ ਤੁਲਨਾ ਕਰੇ ਤਾਂ ਇਹਨੇ ਬਲੀਦਾਨ ਨਾਲ ਮੈਂ ਕਿਵੇਂ ਖੁਸ਼ ਰਵਾਂ। ਇੰਨੀ ਘੱਟ ਉਮਰ 'ਚ ਪਰਮੇਸ਼ਵਰ ਨੇ ਮੈਨੂੰ ਰਾਜਾ ਬਣਾ ਕੇ ਆਸ਼ੀਸ਼ ਦਿੱਤੀ।
ਮੇਰੇ ਰਾਜ ਨੂੰ ਉਸਨੇ ਤਗੜਾ ਕੀਤਾ, ਮੇਰੇ ਨਾਲ ਰਹਿ ਕੇ ਉਸਨੇ ਮੈਨੂੰ ਸ਼ੋਹਰਤ ਦਿੱਤੀ ਅਤੇ ਮੇਰੇ ਨਾਮ ਨੂੰ ਉਸਨੇ ਉੱਚਾ ਕੀਤਾ। ਜੇ ਉਸਨੇ ਮੈਨੂੰ ਇੰਨੀ ਆਸ਼ੀਸ਼ ਦਿੱਤੀ ਹੈ ਤਾਂ ਫਿਰ ਮੈਂ ਕਿਵੇਂ ਉਸ ਨੂੰ ਬਸ ਥੋੜਾ ਜਿਹਾ ਹੀ ਬਲੀਦਾਨ ਅਰਪਣ ਕਰਾਂਗਾ? ਮੈਂ ਤਾਂ ਰਾਜਾ ਹਾਂ। ਪਰਮੇਸ਼ਵਰ ਨੇ ਮੈਨੂੰ ਇਹ ਅਹੁਦਾ ਦਿੱਤਾ ਹੈ, ਜੋ ਮੈਂ ਭੇਂਟ ਕਰਾਂਗਾ ਉਹ ਰਾਜੇ ਦੀ ਤਰ੍ਹਾਂ ਅਰਪਣ ਕੀਤੀ ਜਾਣੀ ਚਾਹੀਦੀ। ਇਸ ਤਰ੍ਹਾਂ ਕਹਿ ਕੇ ਇੱਕ ਬਲੀਦਾਨ ਕੀਤਾ। ਇਹ ਬਸ ਇੱਕ ਜਾਂ ਪਸ਼ੂ ਜਾਂ ਇੱਕ ਬੱਕਰੇ ਦਾ ਬਲੀਦਾਨ ਹੀ ਨਹੀਂ ਕੀਤਾ। ਉਸਨੇ ਜੋ ਮੈਨੂੰ ਰਾਜਾ ਬਣਾ ਕੇ ਖੜਾ ਕੀਤਾ ਅਤੇ ਇਸ ਲਈ ਮੈਂ ਵੀ ਐਸੇ ਬਲੀਦਾਨ ਹੀ ਕਰਾਂਗਾ। ਤੁਸੀਂ ਸਮਝ ਗਏ ਹੋ ਨਾ? ਪਰਮੇਸ਼ਵਰ ਨੇ ਜਿਹੜੇ ਅਹੁਦੇ ਤੇ ਮੈਨੂੰ ਰੱਖਿਆ ਹੈ, ਜਿਹੜਾ ਅਹੁਦਾ ਪ੍ਰਭੂ ਨੇ ਮੈਨੂੰ ਦਿੱਤਾ ਹੈ, ਉਸਨੇ ਜਿੰਨੀ ਮੈਨੂੰ ਆਸ਼ੀਸ਼ ਦਿੱਤੀ ਹੈ ਓਨੀ ਭੇਂਟ ਵੀ ਦੇਣੀ ਚਾਹੀਦੀ। ਮਹਾਨ ਪਵਿੱਤਰ ਪ੍ਰੇਮ ਨਾਲ ਭਰੇ ਪਿਤਾ, ਉਸ ਦਿਨ ਸੁਲੇਮਾਨ ਨੇ ਆਪਣੀ ਆਤਮਿਕਤਾ ਦਾ ਅੰਗੀਕਾਰ ਕੀਤਾ। ਉਸਨੇ ਕੋਈ ਘਮੰਡ ਨਹੀਂ ਕੀਤਾ। ਉਹ ਇੰਨੇ ਉੱਚੇ ਅਹੁਦੇ ਤੇ ਹੋਣ ਦੇ ਬਾਵਜੂਦ ਵੀ ਉਹ ਦੂਰ ਨਹੀਂ ਹੋਇਆ। 10 ਲੋਕਾਂ ਨੂੰ ਤੁਹਾਡੀ ਹਜ਼ੂਰੀ 'ਚ ਲਿਆਉਣ ਵਾਲਾ ਬਣਿਆ। ਉਹ ਜਿਹੜੇ ਅਹੁਦੇ ਤੇ ਸੀ ਉਹ ਇਸ ਤਰ੍ਹਾਂ ਬਣ ਗਿਆ ਕਿ ਉਹ ਭੇਂਟਾ ਦੇ ਸਕੇ। ਇਸ ਨੂੰ ਵੇਖ ਕੇ ਤੁਸੀਂ ਬੜੇ ਖੁਸ਼ ਹੋਏ ਪਿਤਾ, ਅਤੇ ਤੁਸੀਂ ਬੜੇ ਹੀ ਆਨੰਦਿਤ ਹੋਏ। ਐਸੀ ਆਤਮਿਕਤਾ ਸਾਨੂੰ ਦਿਓ। ਹੇ ਪਿਤਾ, ਇਸ ਦਿਨ ਸਾਡੇ ਦੇਸ਼ ਵਿੱਚ, ਸਾਡੇ ਰਾਜ ਦੇ ਵਿੱਚ ਉਥਲ-ਪੁਥਲ ਕਰਨ ਵਾਲੀ ਇਸ ਮਹਾਮਾਰੀ ਦੀ ਵਿਪੱਤੀ ਤੋਂ ਤੁਸੀਂ ਸਾਨੂੰ ਬਚਾਓ ਪਿਤਾ। ਸਾਡੇ ਦੇਸ਼ ਨੂੰ ਬਚਾਓ, ਸਾਡੇ ਰਾਜ ਨੂੰ ਬਚਾਓ ਪਿਤਾ। ਕਲੀਸਿਆ ਦੇ ਲੋਕਾਂ ਨੂੰ ਬਚਾਓ। ਸਾਡੀ ਕਲੀਸਿਆ ਦੇ ਲੋਕਾਂ ਨੂੰ ਤੁਸੀਂ ਆਸ਼ੀਸ਼ ਦਿਓ। ਇਸ ਸਮੇਂ ਪ੍ਰਾਰਥਨਾ 'ਚ ਜਿੰਨੇ ਜੁੜੇ ਹੈ ਸਭ ਨੂੰ ਆਸ਼ੀਸ਼ ਦਿਓ। ਇਹਨਾਂ ਦੇ ਪਰਿਵਾਰ ਨੂੰ ਬਚਾ ਕੇ ਰੱਖੋ। ਇਹ ਵਿਪੱਤੀ, ਇਹ ਮਹਾਮਾਰੀ ਇੱਕ ਵੀ ਵਿਅਕਤੀ ਨੂੰ ਛੂ ਨਾ ਸਕੇ, ਐਸੀ ਆਸ਼ੀਸ਼ ਦਿਓ। ਹਜੇ ਤੱਕ ਇਸ ਵਾਇਰਸ ਨਾਲ ਅਗਰ ਕੋਈ ਜਕੜਿਆ ਹੈ ਤਾਂ ਉਸ ਨੂੰ ਤੁਸੀਂ ਬਚਾਓ ਪਿਤਾ। ਇਸ ਵਾਇਰਸ ਨੂੰ ਤੁਸੀਂ ਕਮਜ਼ੋਰ ਕਰਕੇ ਤੁਸੀਂ ਸਾਨੂੰ ਤਗੜਾ ਬਣਾ ਦਿਓ ਪਿਤਾ। ਇਸ ਮਹਾਮਾਰੀ ਤੋਂ ਸਾਨੂੰ ਬਚਾਓ ਅਤੇ ਸਾਡੇ ਦੁਆਰਾ ਆਪਣੇ ਨਾਮ ਦੀ ਮਹਿਮਾ ਲਵੋ। ਸਾਡੇ ਜੀਵਨ ਤੋਂ ਆਪਣੀ ਮਹਿਮਾ ਕਰਵਾਓ। ਪ੍ਰਭੂ ਯੀਸ਼ੂ ਦੇ ਨਾਮ ਦੇ ਵਿੱਚ ਅਸੀਂ ਇਹ ਪ੍ਰਾਰਥਨਾ ਅਰਪਣ ਕਰਦੇ ਹਾਂ ਪਿਤਾ। ਆਮੀਨ। ਸਾਡਾ ਪਤਾ ਕਲਵਰੀ, ਪੋਸਟ ਬਾਕਸ ਨੰਬਰ 30, ਕੁਕਟਪੱਲੀ, हैदराबाद 72।